ਹੈਲੋ ਡੀਅਰ ਫਰੈਂਡਸ, ਇਸ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਇਸ ਵੀਡੀਓ ਦੇ ਵਿੱਚ ਹਿਸਟਰੀ ਦੇ ਟੌਪਿਕ ਕਦੋਂ, ਕਿੱਥੇ ਅਤੇ ਕਿਵੇਂ, ਵੈਨ, ਵੇਅਰ ਐਂਡ ਹਾਊ ਟੌਪਿਕ ਦੀ ਜਿਹੜੀ ਥਿਊਰੀ ਹੈਗੀ ਟੌਪਿਕ ਨੂੰ ਦੇਖਾਂਗੇ। ਸੋ ਸਾਡਾ ਟੌਪਿਕ ਥੋੜਾ ਲੈਂਥੀ ਜ਼ਰੂਰ ਹੋ ਸਕਦਾ ਹੈ, ਬਟ ਇਹਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਆਪਣਾ ਟੌਪਿਕ ਕੀ ਆ? ਕਦੋਂ, ਕਿੱਥੇ ਅਤੇ ਕਿਵੇਂ। ਠੀਕ ਆ। ਸੋ ਫਸਟ ਹੈ ਇਤਿਹਾਸ। ਇਤਿਹਾਸ ਮਨੁੱਖੀ ਜੀਵਨ ਦਾ ਉਹ ਕਾਲ ਹੈ ਜਿਸ ਦਾ ਸਾਨੂੰ ਲਿਖਤੀ ਵੇਰਵਾ ਮਿਲਦਾ ਹੈ। ਹਿਸਟੋਰੀਆ ਯੂਨਾਨੀ ਭਾਸ਼ਾ ਦਾ ਸ਼ਬਦ ਹੈ ਜਿਸ ਤੋਂ ਹਿਸਟਰੀ ਸ਼ਬਦ ਦੀ ਉਤਪਤੀ ਹੋਈ ਹੈ। ਹੈਰੋਡੋਟਸ ਨੂੰ ਇਤਿਹਾਸ ਦਾ ਪਿਤਾਮਾ ਕਿਹਾ ਜਾਂਦਾ ਹੈ। ਠੀਕ ਆ। ਇਹਦੇ ਵਿੱਚ ਇੰਪੋਰਟੈਂਟ ਲਾਈਨ ਹੈ ਕਿ ਜਿਹੜਾ ਇਤਿਹਾਸ ਹੈ ਉਹ ਕੀ ਹੈ? ਇਤਿਹਾਸ ਮਨੁੱਖੀ ਜੀਵਨ ਦਾ ਉਹ ਕਾਲ ਹੈ ਜਿਸ ਦਾ ਸਾਨੂੰ ਲਿਖਤੀ ਵੇਰਵਾ ਮਿਲਦਾ ਹੈ। ਠੀਕ ਆ। ਪਹਿਲਾ ਹੈਗਾ ਕਿ ਜਿਹੜਾ ਇਤਿਹਾਸ ਉਹ ਕੀ ਹੈ? ਇਤਿਹਾਸ ਉਹ ਹੈ ਜਿਸ ਦਾ ਸਾਨੂੰ ਲਿਖਤੀ ਵੇਰਵਾ ਮਿਲਦਾ ਹੈ। ਹਿਸਟੋਰੀਆ ਯੂਨਾਨੀ ਭਾਸ਼ਾ ਦਾ ਸ਼ਬਦ ਹੈ ਅਤੇ ਜਿਸ ਤੋਂ ਜਿਹਦੀ ਹਿਸਟਰੀ ਦੀ ਇਤਿਹਾਸ ਦੀ ਉਤਪਤੀ ਹੋਈ ਆ। ਅਤੇ ਇਤਿਹਾਸ ਦਾ ਪਿਤਾਮਾ ਕਿਹਨਾਂ ਨੂੰ ਕਿਹਾ ਜਾਂਦਾ ਹੈ? ਹੈਰੋਡੋਟਸ ਨੂੰ ਇਤਿਹਾਸ ਦਾ ਪਿਤਾਮਾ ਕਿਹਾ ਜਾਂਦਾ ਹੈ। ਸੋ ਨੈਕਸਟ ਪੁਆਇੰਟ ਹੈ ਸਾਡਾ ਇਤਿਹਾਸ ਦੇ ਕਾਲ। ਕਿਸੇ ਵੀ ਦੇਸ਼ ਦੇ ਇਤਿਹਾਸ ਨੂੰ ਆਮ ਤੌਰ 'ਤੇ 3 ਕਾਲਾਂ ਵਿੱਚ ਵੰਡਿਆ ਜਾਂਦਾ ਹੈ। ਕਿਸੇ ਵੀ ਦੇਸ਼ ਦੇ ਇਤਿਹਾਸ ਨੂੰ ਆਮ ਤੌਰ 'ਤੇ 3 ਕਾਲਾਂ ਵਿੱਚ ਵੰਡਿਆ ਜਾਂਦਾ ਹੈ। ਫਸਟ ਹੈ ਪ੍ਰਾਚੀਨ ਯੁੱਗ, ਮੱਧਕਾਲੀਨ ਯੁੱਗ, ਆਧੁਨਿਕ ਯੁੱਗ। ਪ੍ਰਾਚੀਨ ਯੁੱਗ, ਮੱਧਕਾਲੀਨ ਯੁੱਗ ਅਤੇ ਆਧੁਨਿਕ ਯੁੱਗ। ਫਸਟ ਦੇਖਦੇ ਹਾਂ ਆਪਾਂ। ਸੋ ਫਸਟ ਹੈ ਸਾਡੇ ਕੋਲ ਪੂਰਵ ਇਤਿਹਾਸ। ਪੂਰਵ ਇਤਿਹਾਸ ਕੀ ਹੁੰਦਾ ਆ? ਪੂਰਵ ਇਤਿਹਾਸ ਵਿੱਚ ਕੀ ਹੁੰਦਾ ਹੈ? ਪੂਰਵ ਇਤਿਹਾਸ ਮਨੁੱਖੀ ਜੀਵਨ ਦਾ ਉਹ ਕਾਲ ਹੈ ਜਿਸ ਦਾ ਸਾਨੂੰ ਲਿਖਤੀ ਵੇਰਵਾ ਨਹੀਂ ਮਿਲਦਾ। ਇਹ ਪੱਥਰ ਯੁੱਗ ਵੱਲ ਇਸ਼ਾਰਾ ਕਰਦਾ ਹੈ। ਠੀਕ ਹੈ। ਪੂਰਵ ਇਤਿਹਾਸ ਕੀ ਹੁੰਦਾ ਆ? ਜਿਹਦਾ ਸਾਨੂੰ ਮਨੁੱਖ ਦੇ ਜੀਵਨ ਦਾ ਜਿਹੜਾ ਲਿਖਤੀ ਵੇਰਵਾ ਨਹੀਂ ਮਿਲਦਾ, ਜਿਸ ਦਾ ਸਾਨੂੰ ਰਿਟਨ ਵਿੱਚ ਕੋਈ ਪ੍ਰੂਫ ਨਹੀਂ ਮਿਲਦਾ, ਉਹ ਕੀ ਹੈ? ਪੂਰਵ ਇਤਿਹਾਸ। ਠੀਕ ਆ। ਪੂਰਵ ਇਤਿਹਾਸ ਹੈ ਅਤੇ ਜਿਹੜਾ ਇਹ ਪੱਥਰ ਯੁੱਗ ਵੱਲ ਇਸ਼ਾਰਾ ਕਰਦਾ ਹੈ। ਸੋ ਇਹਦੇ ਵਿੱਚ ਫਸਟ ਪੁਆਇੰਟ ਹੈ ਪੱਥਰ ਯੁੱਗ। ਪੱਥਰ ਯੁੱਗ ਕੀ ਆ? 12,000 ਸਾਲ ਪਹਿਲਾਂ ਇਹ ਪੱਥਰ ਯੁੱਗ ਪੈਦਾ ਹੋਇਆ ਸੀ। ਇਸ ਯੁੱਗ ਦਾ ਮਨੁੱਖ ਗੁਫਾਵਾਂ ਵਿੱਚ ਰਹਿੰਦਾ ਸੀ, ਪੱਥਰਾਂ ਦੇ ਹਥਿਆਰ ਬਣਾਉਂਦਾ ਸੀ ਅਤੇ ਕੱਪੜੇ ਜਾਨਵਰਾਂ ਦੀ ਖੱਲ ਤੋਂ ਬਣਾ ਕੇ ਪਾਉਂਦਾ ਸੀ। ਸੋ ਪੱਥਰ ਯੁੱਗ ਦੇ ਵਿੱਚ ਕੀ ਸੀ? 12,000 ਸਾਲ ਪਹਿਲਾਂ ਜਿਹੜਾ ਮਨੁੱਖ ਸੀ ਅਤੇ ਉਹ ਗੁਫਾਵਾਂ ਵਿੱਚ ਰਹਿੰਦਾ ਹੁੰਦਾ ਸੀ, ਪੱਥਰਾਂ ਦੇ ਹਥਿਆਰ ਬਣਾਉਂਦਾ ਸੀ, ਜਿਹੜੇ ਕੱਪੜੇ ਸੀਗੇ ਉਹ ਜਾਨਵਰਾਂ ਦੀਆਂ ਖੱਲਾਂ ਤੋਂ ਬਣਾ ਕੇ ਪਾਉਂਦਾ ਸੀ। ਨੈਕਸਟ ਹੈਗਾ ਨਵ ਪੱਥਰ ਯੁੱਗ। 10,000 ਸਾਲ ਪਹਿਲਾਂ ਇਸ ਦੀ ਸ਼ੁਰੂਆਤ ਹੋਈ। ਧਾਤਾਂ ਦੇ ਯੁੱਗ ਨਾਲ ਇਸ ਦੀ ਸਮਾਪਤੀ। ਤੀਰ ਕਮਾਨ ਇਸ ਯੁੱਗ ਵਿੱਚ ਬਣਾਏ ਗਏ। ਠੀਕ ਆ। ਪੱਥਰ ਯੁੱਗ ਵਿੱਚ ਪੱਥਰਾਂ ਦੇ ਹਥਿਆਰ ਬਣਾਉਂਦਾ ਸੀ, ਗੁਫਾਵਾਂ ਵਿੱਚ ਰਹਿੰਦੇ ਸੀ, ਅਤੇ ਜਿਹੜਾ ਨਵ ਪੱਥਰ ਯੁੱਗ ਸੀ ਉਹ 12,000 ਪਹਿਲਾਂ ਇਹਦੀ ਸ਼ੁਰੂਆਤ ਹੋਈ ਸੀ ਅਤੇ ਜਿਹੜਾ ਇਹਦੇ ਵਿੱਚ ਧਾਤਾਂ ਦੇ ਯੁੱਗ ਨਾਲ ਇਹਦੀ ਸਮਾਪਤੀ ਹੋ ਗਈ ਸੀ। ਮਤਲਬ ਕਿ ਇਹਨਾਂ ਵਿੱਚ ਕਈ ਧਾਤਾਂ ਦੀ ਵੀ ਖੋਜ ਹੋਈ ਸੀ। ਠੀਕ ਆ। ਅਤੇ ਇਹਦੇ ਵਿੱਚ ਹੀ ਜਿਹੜੇ ਤੀਰ ਕਮਾਨ ਸੀ ਇਸ ਯੁੱਗ ਵਿੱਚ ਹੀ ਬਣਾਏ ਗਏ ਸੀ। ਨੈਕਸਟ ਹੈਗਾ ਤਾਂਬਾ ਯੁੱਗ। ਇਹ ਮਨੁੱਖ ਦੀ ਆਧੁਨਿਕ ਸੱਭਿਅਤਾ ਦਾ ਅਗਲਾ ਪੜਾਅ ਸੀ। ਇਹ ਯੁੱਗ ਦਾ ਸਮਾਂ 5500 ਸਾਲ ਪਹਿਲਾਂ ਸੀ। ਤਾਂਬਾ ਯੁੱਗ ਕੀ ਸੀ? ਮਨੁੱਖ ਦੀ ਆਧੁਨਿਕ ਸੱਭਿਅਤਾ ਦਾ ਅਗਲਾ ਪੜਾਅ ਸੀ। ਇਹ ਯੁੱਗ ਦਾ ਸਮਾਂ 5500 ਸਾਲ ਪਹਿਲਾਂ ਸੀ। ਨੈਕਸਟ ਪੁਆਇੰਟ 4 ਲੋਹ ਯੁੱਗ।
ਇਹ ਉਹ ਯੁੱਗ ਹੈ ਜਿਸ ਵਿੱਚ ਆਧੁਨਿਕ ਮਨੁੱਖ ਰਹਿ ਰਿਹਾ ਹੈ। ਲੋ ਯੁੱਗ, ਠੀਕ ਹੈ, ਇਹ ਉਹ ਯੁੱਗ ਹੈ ਜਿਸ ਵਿੱਚ ਆਧੁਨਿਕ ਮਨੁੱਖ ਰਹਿ ਰਿਹਾ ਹੈ। ਇਹ ਯੁੱਗ 3000 ਪਹਿਲਾਂ ਸ਼ੁਰੂ ਹੋਇਆ ਸੀ। 3000 ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਨੰਬਰ ਬੀ, ਪਹਿਲਾਂ ਸੀ ਸਾਡੇ ਕੋਲ ਪੂਰਵ ਇਤਿਹਾਸ, ਪਹਿਲਾਂ ਸੀ ਸਾਡੇ ਕੋਲ ਪੂਰਵ ਇਤਿਹਾਸ ਦੇ ਵਿੱਚ ਕਿਹੜੇ ਕਿਹੜੇ ਪੁਆਇੰਟਸ ਆਏ? ਪੱਥਰ ਯੁੱਗ, ਨਵ ਯੁੱਗ ਤੇ ਤਾਂਬਾ ਯੁੱਗ, ਲੋ ਯੁੱਗ, ਠੀਕ ਆ, ਇਹ ਸਾਡੇ ਕੋਲ ਆਏ। ਉਸ ਤੋਂ ਬਾਅਦ ਸਾਡੇ ਕੋਲ ਸੈਕੰਡ ਪੁਆਇੰਟ ਆ ਗਿਆ, ਪੁਆਇੰਟ ਬੀ, ਲਿਖਿਤ ਇਤਿਹਾਸ ਦਾ ਸਮਾਂ। ਲਿਖਿਤ ਇਤਿਹਾਸ ਕਿਹੜਾ ਸੀ? ਲਿਖਿਤ ਇਤਿਹਾਸ ਦਾ ਉਹ ਸਮਾਂ ਜੋ ਲਿਖਿਤ ਇਤਿਹਾਸ ਦੇ ਰੂਪ ਵਿੱਚ ਸਾਡੇ ਸਾਹਮਣੇ ਆਇਆ, ਉਹ ਮੱਧਕਾਲੀਨ ਅਤੇ ਆਧੁਨਿਕ ਯੁੱਗ ਵਿੱਚ ਸੀ, ਠੀਕ ਆ। ਜਿਹੜਾ ਲਿਖਿਤ ਇਤਿਹਾਸ ਦਾ ਸਮਾਂ ਕਿਹੜਾ ਸੀ? ਜਿਹੜਾ ਲਿਖਿਤ ਰੂਪ ਦੇ ਵਿੱਚ ਸਾਡੇ ਸਾਹਮਣੇ ਆਇਆ ਸੀ, ਮੱਧਕਾਲੀਨ ਤੇ ਆਧੁਨਿਕ ਯੁੱਗ ਵਿੱਚ ਇਹ ਸਾਡੇ ਸਾਹਮਣੇ ਆਇਆ ਸੀ। ਇਸ ਬਾਰੇ ਪਤਾ ਲੱਗਾ ਸੀ, ਲਿਖਿਆ ਗਿਆ ਸੀ, ਠੀਕ ਆ। ਪ੍ਰਾਚੀਨ ਯੁੱਗ ਜਿਸ ਵਿੱਚ ਹੜੱਪਾ ਸੱਭਿਅਤਾ ਨੇ ਪੈਰ ਪਸਾਰੇ ਤੇ ਲਿਖਿਤ ਵੇਰਵਾ ਮਿਲਿਆ। ਪ੍ਰਾਚੀਨ ਯੁੱਗ ਵਿੱਚ ਹੜੱਪਾ ਸੱਭਿਅਤਾ ਨੇ ਪੈਰ ਪਸਾਰੇ ਤੇ ਲਿਖਿਤ ਵੇਰਵਾ ਮਿਲਿਆ। ਇਸ ਸੱਭਿਅਤਾ ਦਾ ਹਰਸ਼ ਦੇ ਸਮੇਂ ਤੱਕ ਵਿਸਥਾਰ ਹੋਇਆ। ਇਸ ਸੱਭਿਅਤਾ ਦਾ ਜਿਹੜਾ ਹੈਗਾ ਹਰਸ਼ ਦੇ ਸਮੇਂ ਤੱਕ ਵਿਸਥਾਰ ਹੋਇਆ। ਨੈਕਸਟ ਪੁਆਇੰਟ, ਮੱਧਕਾਲੀਨ ਜਿਹੜਾ ਯੁੱਗ ਸੀ, ਅਸੀਂ ਉਸ ਸਮੇਂ ਨੂੰ ਮੰਨਦੇ ਹਾਂ ਜਦੋਂ ਅਰਬਾਂ ਨੇ ਸਿੰਧ ਨੂੰ ਜਿੱਤ ਲਿਆ ਅਤੇ ਮੁਗਲ ਸਾਮਰਾਜ ਦਾ ਵਿਨਾਸ਼ ਹੋ ਗਿਆ। ਇਸ ਤੋਂ ਬਾਅਦ ਆਧੁਨਿਕ ਕਾਲ ਸ਼ੁਰੂ ਹੋਇਆ। ਜਿਹੜਾ ਮੱਧਕਾਲੀਨ ਯੁੱਗ ਆ, ਉਹਦਾ ਸਮਾਂ ਮੰਨਿਆ ਜਾਂਦਾ ਹੈ ਕਿ ਜਦ ਅਰਬਾਂ ਨੇ ਜਿਹੜਾ ਸਿੰਧ ਨੂੰ ਜਿੱਤ ਲਿਆ ਸੀਗਾ, ਉਦੋਂ ਦਾ ਸਮਾਂ ਮੰਨਿਆ ਜਾਂਦਾ ਮੱਧਕਾਲੀਨ ਯੁੱਗ, ਤੇ ਮੁਗਲ ਸਾਮਰਾਜ ਦਾ ਵਿਨਾਸ਼ ਹੋ ਗਿਆ ਤੇ ਇਸ ਤੋਂ ਬਾਅਦ ਆਧੁਨਿਕ ਯੁੱਗ, ਜਿਹੜਾ ਆਧੁਨਿਕ ਕਾਲ ਸੀਗਾ, ਉਹ ਸ਼ੁਰੂ ਹੋਇਆ ਸੀ। ਨੈਕਸਟ ਪੁਆਇੰਟ ਹੈ ਜਿਹੜੇ ਇਤਿਹਾਸ ਦੇ ਸਰੋਤ। ਇਤਿਹਾਸ ਦੇ ਸਰੋਤ ਕਿਹੜੇ ਕਿਹੜੇ ਹਨ? ਇਤਿਹਾਸ ਦੇ ਸਰੋਤ ਉਹ ਤੱਥ ਹਨ ਜੋ ਮਨੁੱਖ ਦੀ ਕਹਾਣੀ ਨੂੰ ਜਾਣਨ ਵਿੱਚ ਸਾਡੀ ਸਹਾਇਤਾ ਕਰਦੇ ਹਨ। ਕਿਹੜੇ ਸਰੋਤ ਹੁੰਦੇ ਹਨ? ਜੋ ਮਨੁੱਖ ਦੀ ਕਹਾਣੀ ਨੂੰ ਜਾਣਨ ਲਈ ਸਾਡੀ ਸਹਾਇਤਾ ਕਰਦੇ ਹਨ। ਨੰਬਰ ਏ, ਇਤਿਹਾਸਿਕ ਦੇ ਪੁਰਾਤੱਤਵ ਸਰੋਤ, ਠੀਕ ਹੈ। ਪੁਰਾਤੱਤਵ ਕਿਹੜੇ ਸਰੋਤ ਹੁੰਦੇ ਆ? ਜਿਹੜੇ ਪੁਰਾਤਨ ਇਮਾਰਤਾਂ, ਬਰਤਨਾਂ, ਰੋਜ਼ਾਨਾ ਦੀ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ, ਸਿੱਕਿਆਂ ਤੇ ਪ੍ਰਾਚੀਨ ਅਭਿਲੇਖਾਂ ਨੂੰ ਜਿਹੜੇ ਇਤਿਹਾਸ ਦੇ ਪੁਰਾਤਨ ਸਰੋਤ ਜਾਂ ਪੁਰਾਤੱਤਵ ਸਰੋਤ ਕਿਹਾ ਜਾਂਦਾ ਹੈ, ਠੀਕ ਹੈ। ਇਹ ਇਤਿਹਾਸ ਦੇ ਸਰੋਤ। ਤੇ ਨੈਕਸਟ ਸਾਡੇ ਕੋਲ ਜਿਹੜਾ ਹੈਗਾ ਆ ਸਾਹਿਤਿਕ ਸਰੋਤ। ਸਾਹਿਤਿਕ ਸਰੋਤ ਕਿਹੜੇ ਹੁੰਦੇ ਆ? ਜਿਹੜੇ ਇਤਿਹਾਸ ਦੇ ਸਾਹਿਤਿਕ ਸਰੋਤਾਂ ਦੇ ਵਿੱਚ ਆ ਜਾਂਦੇ ਆ ਵੇਦ, ਬ੍ਰਾਹਮਣ ਗ੍ਰੰਥ, ਆਰਣਯਕ, ਉਪਨਿਸ਼ਦ, ਮਹਾਕਾਵ, ਪੁਰਾਣ, ਬੋਧ ਅਤੇ ਜੈਨ ਗ੍ਰੰਥ ਆਦਿ ਇਹ ਸ਼ਾਮਿਲ ਹੁੰਦੇ ਆ, ਠੀਕ ਹੈ। ਇਹ ਗ੍ਰੰਥ ਸਾਨੂੰ ਧਰਮ ਤੋਂ ਇਲਾਵਾ ਉਸ ਸਮੇਂ ਦੀਆਂ ਘਟਨਾਵਾਂ ਅਤੇ ਸਮਾਜ ਬਾਰੇ ਜਾਣਕਾਰੀ ਦਿੰਦੇ ਹਨ। ਜਿਸ ਸਮੇਂ ਇਹ ਲੇਖ ਲਿਖੇ ਗਏ ਸਨ, ਪ੍ਰਾਚੀਨ ਕਾਲ ਦੇ ਨਿਯਮਾਂ ਅਤੇ ਕਾਨੂੰਨਾਂ ਨਾਲ ਸੰਬੰਧਿਤ ਪੁਸਤਕਾਂ, ਜਿਨ੍ਹਾਂ ਨੂੰ ਧਾਰਮਿਕ ਸ਼ਾਸਤਰ ਕਿਹਾ ਜਾਂਦਾ ਹੈ, ਦੀ ਵੀ ਰਚਨਾ ਕੀਤੀ ਗਈ। ਮਨੂ ਸਮ੍ਰਿਤੀ ਅਜਿਹੀਆਂ ਪੁਸਤਕਾਂ ਵਿੱਚੋਂ ਮੁੱਖ ਹੈ, ਠੀਕ ਹੈ। ਮਨੂ ਸਮ੍ਰਿਤੀ ਅਜਿਹੀਆਂ ਪੁਸਤਕਾਂ ਵਿੱਚੋਂ ਮਨੁੱਖ ਹੈ ਸਾਹਿਤਿਕ ਸਰੋਤ ਦੇ ਵਜੋਂ, ਠੀਕ ਆ। ਤੇ ਕੌਟਿਲਿਆ ਨੇ ਸ਼ਾਸਨ ਪ੍ਰਬੰਧ ਬਾਰੇ ਅਰਥ ਸ਼ਾਸਤਰ ਨਾਮਕ ਗ੍ਰੰਥ ਦੀ ਰਚਨਾ ਕੀਤੀ ਗਈ ਸੀ। ਮੋਸਟ ਇੰਪੋਰਟੈਂਟ ਪੁਆਇੰਟ ਹੈਗਾ ਆ, ਜਿਹੜੇ ਅਰਥ ਸ਼ਾਸਤਰ ਨਾਮਕ ਜਾਂ ਸ਼ਾਸਨ ਪ੍ਰਬੰਧ ਦੇ ਜਿਹੜੇ ਨਾਮਕ ਗ੍ਰੰਥ ਦੀ ਰਚਨਾ ਕਿਹਨਾਂ ਨੇ ਕੀਤੀ ਸੀ? ਕੌਟਿਲਿਆ ਨੇ ਕੀਤੀ ਸੀ। ਭਾਸ ਤੇ ਕਾਲੀਦਾਸ ਆਦਿ ਵਿਦਵਾਨਾਂ ਦੁਆਰਾ ਬਹੁਤ ਸਾਰੇ ਨਾਟਕ ਲਿਖੇ ਗਏ। ਭਾਸ ਤੇ ਕਾਲੀਦਾਸ ਵਿਦਵਾਨਾਂ ਦੁਆਰਾ ਕੀ ਲਿਖੇ ਗਏ ਸੀ? ਨਾਟਕ। ਬਹੁਤ ਸਾਰੇ ਨਾਟਕ, ਬਹੁਤ ਸਾਰੀਆਂ ਕਹਾਣੀਆਂ ਵੀ ਲਿਖੀਆਂ ਗਈਆਂ ਸਨ। ਬਹੁਤ ਸਾਰੀਆਂ ਕਹਾਣੀਆਂ ਵੀ ਲਿਖੀਆਂ ਗਈਆਂ ਸਨ। ਆਰੀਆ ਭੱਟ ਅਤੇ ਵਰਾਹਮਿਹਿਰ
ਆਦਿ ਵਿਗਿਆਨੀਆਂ ਨੇ ਆਪਣੀਆਂ ਖੋਜਾਂ ਬਾਰੇ ਪੁਸਤਕਾਂ ਲਿਖੀਆਂ। ਨੈਕਸਟ ਪੁਆਇੰਟ, ਸਮਾਰਕ ਕਈ ਸੌ ਸਾਲ ਪਹਿਲਾਂ ਬਣੇ ਸਤੰਭਾਂ, ਕਿਲਿਆਂ ਤੇ ਮਹਿਲਾਂ ਆਦਿ ਨੂੰ ਸਮਾਰਕ ਕਿਹਾ ਜਾਂਦਾ ਹੈ। ਸਮਾਰਕ ਕਿਹਨੂੰ ਕਹਿੰਦੇ ਆ? ਕਈ ਸੌ ਸਾਲ ਪਹਿਲਾਂ ਜਿਹੜੇ ਸਤੰਭ ਬਣੇ ਸੀ, ਕਿਲਿਆਂ ਤੇ ਮਹਿਲਾਂ ਆਦਿ ਨੂੰ ਉਹ ਕੀ ਸੀਗੇ? ਆਦਿ ਨੂੰ ਸਮਾਰਕ ਕਿਹਾ ਜਾਂਦਾ ਹੈ। ਇਹਨਾਂ ਸਮਾਰਕਾਂ ਦੇ ਅਧਿਐਨ ਤੋਂ ਸਾਨੂੰ ਮਹੱਤਵਪੂਰਨ ਇਤਿਹਾਸਿਕ ਜਾਣਕਾਰੀ ਮਿਲਦੀ ਹੈ। ਜਿਹੜੇ ਸਮਾਰਕ ਹੁੰਦੇ ਸੀ, ਜਿਹੜੇ ਪੁਰਾਣੇ ਕਿਲੇ ਮਹਿਲ ਹੁੰਦੇ ਸੀ, ਉਹਨਾਂ ਵਿੱਚ ਬਣਾਏ ਜਾਂਦੇ ਸੀ ਸਤੰਭ ਹੁੰਦੇ ਸੀਗੇ, ਤਾਂ ਸਤੰਭ ਇਹਨਾਂ ਦੇ ਉੱਤੇ ਜਿਹੜੇ ਰਾਜੇ ਹੁੰਦੇ ਸੀ ਆਪਣੇ ਆਪਣੇ ਸ਼ਾਸਨ ਕਾਲ ਦੇ ਵਿੱਚ ਇਹਨਾਂ 'ਤੇ ਕੁਝ ਲਿਖਤੀ ਉਹ ਰਿਟਨ ਦੇ ਵਿੱਚ ਕੁਝ ਲਿਖਿਆ ਜਾਂਦਾ ਸੀ, ਜਿਨ੍ਹਾਂ ਤੋਂ ਸਾਨੂੰ ਉਸ ਸਮੇਂ ਬਾਰੇ ਜਾਣਕਾਰੀ ਮਿਲਦੀ ਸੀ। ਅਤੇ ਇਹਨਾਂ ਨੂੰ ਕੀ ਕਿਹਾ ਜਾਂਦਾ ਸੀਗਾ? ਜਿਹੜੇ ਇਹ ਹੁੰਦੇ ਸੀਗੇ ਸਤੰਭ, ਕਿਲੇ, ਮਹਿਲ ਆਦਿ ਕੀ ਸੀਗੇ? ਸਾਡੇ ਇਹ ਸਮਾਰਕ। ਇਹਨਾਂ ਸਮਾਰਕਾਂ ਦੇ ਅਧਿਐਨ ਤੋਂ ਸਾਨੂੰ ਉਸ ਸਮੇਂ ਦੇ ਜਿਹੜੇ ਇਤਿਹਾਸਿਕ ਜਾਣਕਾਰੀ ਮਿਲਦੀ ਸੀ। ਸ਼ਿਲਾਲੇਖ ਕੀ ਹੈ? ਸ਼ਿਲਾਲੇਖ ਉਹ ਹੁੰਦੇ ਹਨ ਜੋ ਪੱਥਰਾਂ ਦੇ ਸਤੰਭਾਂ, ਚਟਾਨਾਂ, ਤਾਂਬੇ ਦੀਆਂ ਪਲੇਟਾਂ, ਮਿੱਟੀ ਦੀਆਂ ਤਖਤੀਆਂ ਅਤੇ ਮੰਦਰਾਂ ਦੀਆਂ ਦੀਵਾਰਾਂ 'ਤੇ ਲਿਖੇ ਹੋਏ ਹਨ। ਸ਼ਿਲਾਲੇਖ ਕੀ ਕਹਿੰਦੇ ਆ? ਪਹਿਲਾਂ ਸਮਾਰਕ ਸੀਗਾ, ਠੀਕ ਆ, ਉਸ ਤੋਂ ਬਾਅਦ ਸ਼ਿਲਾਲੇਖ ਜੋ ਪੱਥਰਾਂ ਦੇ ਜਿਹੜੇ ਸਤੰਭ ਹੁੰਦੇ ਸੀ, ਚਟਾਨਾਂ, ਤਾਂਬੇ ਦੀਆਂ ਪਲੇਟਾਂ, ਮਿੱਟੀ ਦੀਆਂ ਤਖਤੀਆਂ, ਮੰਦਰਾਂ ਦੀਆਂ ਦੀਵਾਰਾਂ 'ਤੇ ਲਿਖੇ ਹੋਏ ਹੁੰਦੇ ਸਨ। ਉਹ ਕੀ ਸੀ? ਸ਼ਿਲਾਲੇਖ, ਜਿਨ੍ਹਾਂ ਤੋਂ ਸਾਨੂੰ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਸੀ। ਅਤੇ ਇਹਨਾਂ ਵਿੱਚ ਉਸ ਸਮੇਂ ਦੀਆਂ ਮਹੱਤਵਪੂਰਨ ਜਿਹੜੀਆਂ ਘਟਨਾਵਾਂ ਸੀ ਉਹਨਾਂ ਦਾ ਵਰਣਨ ਵੀ ਸ਼ਿਲਾਲੇਖਾਂ 'ਤੇ ਸਾਨੂੰ ਦੇਖਣ ਨੂੰ ਮਿਲਦਾ ਹੈ। ਜਿਸ ਸਮੇਂ ਇਹ ਲੇਖ ਲਿਖੇ ਗਏ ਸਨ, ਸਮਰਾਟ ਅਸ਼ੋਕ ਦੇ ਸ਼ਿਲਾਲੇਖ ਉਸ ਰਾਜ ਤੇ ਧਰਮ ਦੇ ਵਿਸਥਾਰ ਬਾਰੇ ਦੱਸਦੇ ਹਨ। ਜਿਹੜੇ ਸ਼ਿਲਾਲੇਖ ਹੈ, ਕਹਿੰਦੇ ਕਿ ਜਦੋਂ ਸਮਰਾਟ ਅਸ਼ੋਕ ਦਾ ਰਾਜ ਹੁੰਦਾ ਸੀਗਾ, ਉਸ ਸਮੇਂ ਦੇ ਜਿਹੜੇ ਧਰਮ ਦੇ ਵਿਸਥਾਰ ਬਾਰੇ ਸਾਨੂੰ ਜਾਣਕਾਰੀ ਮਿਲਦੀ ਆ ਸ਼ਿਲਾਲੇਖਾਂ ਤੋਂ। ਸਮੁੰਦਰ ਗੁਪਤ ਤੇ ਸਕੰਦ ਗੁਪਤ ਦੇ ਸ਼ਿਲਾਲੇਖਾਂ ਤੋਂ ਸਾਨੂੰ ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਜਿਹੜੇ ਸਮੁੰਦਰ ਗੁਪਤ ਤੇ ਸਕੰਦ ਗੁਪਤ ਹੋਏ ਹਨ, ਉਹਨਾਂ ਦੇ ਜਿਹੜੇ ਸ਼ਿਲਾਲੇਖ ਆ, ਉਹਨਾਂ ਤੋਂ ਕੀ ਪਤਾ ਲੱਗਦਾ ਹੈ ਕਿ ਇਹਨਾਂ ਨੇ ਕਿਹੜੀਆਂ ਜਿੱਤਾਂ ਪ੍ਰਾਪਤ ਕੀਤੀਆਂ ਸਨ। ਨੈਕਸਟ ਹੈਗਾ ਤਾਮਰ ਪੱਤਰ। ਤਾਮਰ ਪੱਤਰ ਕੀ ਹੁੰਦਾ ਆ? ਪ੍ਰਾਚੀਨ ਕਾਲ ਵਿੱਚ ਭੂਮੀ ਨੂੰ ਖਰੀਦਣ ਤੇ ਵੇਚਣ ਤੇ ਭੂਮੀ ਨੂੰ ਦਾਨ ਕਰਨ ਲਈ ਤਾਮਰ ਪੱਤਰਾਂ ਦੀ ਵਰਤੋਂ ਕੀਤੀ ਜਾਂਦੀ ਸੀ। ਠੀਕ ਹੈ, ਇੱਕ ਤਾਮਰ ਪੱਤਰ ਹੁੰਦਾ ਸੀਗਾ ਪ੍ਰਾਚੀਨ ਕਾਲ ਦੇ ਵਿੱਚ। ਇਹ ਕਿਹੜਾ ਹੁੰਦਾ ਸੀ? ਕਿਸ ਲਈ ਵਰਤਿਆ ਜਾਂਦਾ ਸੀਗਾ? ਭੂਮੀ ਨੂੰ ਖਰੀਦਣ ਤੇ ਵੇਚਣ ਵਾਸਤੇ, ਤੇ ਭੂਮੀ ਨੂੰ ਦਾਨ ਕਰਨ ਲਈ ਵੀ ਤਾਮਰ ਪੱਤਰਾਂ ਦੀ ਵਰਤੋਂ ਕੀਤੀ ਜਾਂਦੀ ਸੀ। ਨੈਕਸਟ ਆ ਗਿਆ ਮੱਧਕਾਲੀਨ ਇਤਿਹਾਸ। ਨੰਬਰ 1, ਮੱਧਕਾਲੀਨ ਇਤਿਹਾਸ। ਇਤਿਹਾਸ ਦੇ ਪ੍ਰਾਚੀਨ ਯੁੱਗ ਤੇ ਆਧੁਨਿਕ ਯੁੱਗ ਦੇ ਵਿਚਾਲੇ ਦੇ ਸਮੇਂ ਨੂੰ ਮੱਧਕਾਲੀਨ ਯੁੱਗ ਕਿਹਾ ਜਾਂਦਾ ਹੈ। ਠੀਕ ਹੈ, ਮੱਧਕਾਲੀਨ ਯੁੱਗ ਕਿਹਨੂੰ ਕਹਿੰਦੇ ਆ? ਜਿਹੜਾ ਇਤਿਹਾਸ ਦਾ ਪ੍ਰਾਚੀਨ ਕਾਲ ਤੇ ਆਧੁਨਿਕ ਯੁੱਗ ਦੇ ਵਿੱਚ ਵਾਲਾ ਸਮਾਂ ਸੀ, ਵਿਚਕਾਰ ਵਾਲਾ ਸਮਾਂ ਸੀ, ਉਹਨੂੰ ਮੱਧਕਾਲੀਨ ਇਤਿਹਾਸ ਕਿਹਾ ਜਾਂਦਾ ਸੀ। ਤੇ ਭਾਰਤ ਦੀ ਜਿਹੜੀ 8ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤੱਕ ਦੇ ਸਮੇਂ ਨੂੰ ਮੱਧਕਾਲੀਨ ਯੁੱਗ ਕਿਹਾ ਜਾਂਦਾ ਹੈ। ਮੱਧਕਾਲੀਨ ਯੁੱਗ ਕਿਹਾ ਜਾਂਦਾ ਹੈ। ਠੀਕ ਆ, ਭਾਰਤ ਵਿੱਚ 8ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤੱਕ ਦੇ ਸਮੇਂ ਨੂੰ ਮੱਧਕਾਲੀਨ ਯੁੱਗ ਕਿਹਾ ਜਾਂਦਾ ਹੈ। ਸੋ 18ਵੀਂ ਸਦੀ ਤੋਂ ਜਿਹੜਾ 13ਵੀਂ ਸਦੀ ਤੱਕ ਦੇ ਸਮੇਂ ਨੂੰ ਮੁੱਢਲਾ ਜਾਂ ਪੂਰਵ ਮੱਧਕਾਲੀਨ ਯੁੱਗ ਕਿਹਾ ਜਾਂਦਾ ਹੈ। 18ਵੀਂ ਸਦੀ ਤੋਂ 13ਵੀਂ ਸਦੀ ਤੱਕ ਮੁੱਢਲਾ ਜਾਂ ਪੂਰਵ ਮੱਧਕਾਲੀਨ ਯੁੱਗ ਸੀ, ਤੇ 13ਵੀਂ ਸਦੀ ਤੋਂ 18ਵੀਂ ਸਦੀ ਤੱਕ ਦਾ ਜਿਹੜਾ ਸਮਾਂ ਸੀਗਾ ਉੱਤਰ ਮੱਧਕਾਲੀਨ ਯੁੱਗ ਅਖਵਾਉਂਦਾ ਸੀ। ਠੀਕ ਆ, ਜਿਹੜਾ 8ਵੀਂ ਤੋਂ 13ਵੀਂ ਸਦੀ ਤੱਕ ਸੀਗਾ ਉਹ ਮੁੱਢਲਾ ਜਾਂ ਪੂਰਵ ਮੱਧਕਾਲੀਨ ਯੁੱਗ ਉਹਨੂੰ ਕਿਹਾ ਜਾਂਦਾ ਸੀ। 13ਵੀਂ ਤੋਂ 18ਵੀਂ ਸਦੀ ਤੱਕ ਦੇ ਸਮੇਂ ਨੂੰ ਉੱਤਰ ਮੱਧਕਾਲੀਨ ਯੁੱਗ ਕਿਹਾ ਜਾਂਦਾ ਸੀ। ਠੀਕ ਹੈ, ਨੰਬਰ 2 ਪੁਆਇੰਟ ਨੰਬਰ 2, ਭਾਰਤ ਦੇ ਮੱਧਕਾਲੀਨ ਯੁੱਗ ਵਿੱਚ ਵੱਖ-ਵੱਖ ਨਾਮ। ਠੀਕ ਆ, ਭਾਰਤ ਦੇ ਜਿਹੜੇ ਮੱਧਕਾਲੀਨ ਯੁੱਗ ਵਿੱਚ ਵੱਖ-ਵੱਖ ਨਾਮ ਕੀ ਸੀਗੇ? ਵੈਦਿਕ ਸਮੇਂ ਵਿੱਚ ਇਸ ਨੂੰ ਆਰਿਆਵਰਤ ਕਿਹਾ ਜਾਂਦਾ ਸੀ।
ਭਾਰਤ ਦੇ ਜਿਹੜੇ ਮੱਧਕਾਲੀਨ ਯੁੱਗ ਵਿੱਚ ਵੱਖ-ਵੱਖ ਨਾਮ ਸੀਗੇ, ਉਹ ਸੀਗੇ ਕਿ ਵੈਦਿਕ ਸਮੇਂ ਵਿੱਚ ਇਸ ਨੂੰ ਆਰਿਆਵਰਤ ਕਿਹਾ ਜਾਂਦਾ ਸੀ। ਮਹਾਭਾਰਤ ਤੇ ਰਾਮਾਇਣ ਮਹਾਂਕਾਵ ਵਿੱਚ ਭਾਰਤ ਨੂੰ ਭਾਰਤ ਵਰਸ਼ ਕਿਹਾ ਜਾਂਦਾ ਸੀ। ਠੀਕ ਆ, ਮਹਾਭਾਰਤ ਤੇ ਰਾਮਾਇਣ ਵਿੱਚ ਰਾਮਾਇਣ ਮਹਾਂਕਾਵ ਵਿੱਚ ਭਾਰਤ ਨੂੰ ਕੀ ਕਿਹਾ ਜਾਂਦਾ ਸੀ? ਭਾਰਤ ਵਰਸ਼। ਭਾਰਤ ਵਰਸ਼। ਤੇ ਈਰਾਨੀ ਇਸ ਨੂੰ ਹਿੰਦ ਤੇ ਗ੍ਰੀਕ ਇੰਡਸ ਦੇ ਨਾਂ ਨਾਲ ਜਾਣਦੇ ਸਨ। ਠੀਕ ਆ, ਮੋਸਟ ਇੰਪੋਰਟੈਂਟ ਲਾਈਨਸ ਹੈ ਕਿ ਵੈਦਿਕ ਕਾਲ ਵਿੱਚ ਆਰਿਆਵਰਤ ਕਿਹਾ ਜਾਂਦਾ ਸੀ। ਮਹਾਂਕਾਲ ਤੇ ਰਾਮਾਇਣ ਮਹਾਂਕਾਵ ਸੀ, ਉਹਦੇ ਵਿੱਚ ਭਾਰਤ ਨੂੰ ਭਾਰਤ ਵਰਸ਼ ਕਿਹਾ ਗਿਆ। ਈਰਾਨੀ ਇਸ ਨੂੰ ਹਿੰਦ ਤੇ ਗ੍ਰੀਕ ਇਸ ਨੂੰ ਇੰਡਸ ਕਹਿੰਦੇ ਸੀ, ਇੰਡਸ ਦੇ ਨਾਮ ਨਾਲ ਜਾਣਦੇ ਸੀ। ਸੋ ਨੈਕਸਟ ਦੇਖਦੇ ਹਾਂ, ਸੋ ਅੱਗੇ ਹੈਗਾ ਥਰਡ ਪੁਆਇੰਟ, ਮੱਧਕਾਲੀਨ ਭਾਰਤੀ ਇਤਿਹਾਸ ਦੇ ਸਰੋਤ। ਜਿਹੜਾ ਮੱਧਕਾਲੀਨ ਭਾਰਤੀ ਇਤਿਹਾਸ ਆ ਉਹਦੇ ਸਰੋਤ ਕੀ ਸੀਗੇ? ਪੁਰਾਤਤਵ ਸਰੋਤ, ਸਾਹਿਤਿਕ ਸਰੋਤ। ਪੁਰਾਤਤਵ ਸਰੋਤ, ਸਾਹਿਤਿਕ ਸਰੋਤ ਪਹਿਲਾਂ ਵੀ ਆਪਾਂ ਪੜ੍ਹ ਹੀ ਚੁੱਕੇ ਹਾਂ। ਠੀਕ ਹੈ, ਪੁਰਾਤਤਵ ਸਰੋਤ ਤੇ ਸਾਹਿਤਿਕ। ਅੱਗੇ ਹੋਰ ਇਹਨੂੰ ਦੇਖਦੇ ਹਾਂ ਕਿਹਨਾਂ ਵਿੱਚ ਕਿਹੜੇ ਕਿਹੜੇ ਆ। ਨੰਬਰ 1 ਪੁਆਇੰਟ ਹੈਗਾ ਪੁਰਾਤਤਵ ਸਰੋਤ। ਇਹਦੇ ਵਿੱਚ ਕੀ ਆ ਜਾਂਦੇ? ਸਮਾਰਕ ਜਾਂ ਇਮਾਰਤਾਂ, ਸ਼ਿਲਾਲੇਖ, ਸਿੱਕੇ, ਚਿੱਤਰਕਾਰੀ ਤੇ ਸਾਹਿਤਿਕ। ਸੋ ਇਹ ਸੀਗਾ। ਸੋ ਫਸਟ ਹੈਗਾ ਸਮਾਰਕ। ਇਹਨਾਂ ਤੋਂ ਸਾਨੂੰ ਕੀ ਪਤਾ ਲੱਗਦਾ ਸੀ? ਜਿਹੜੇ ਸਮਾਰਕ ਸੀਗੇ ਇਹਨਾਂ ਵੀ ਇਮਾਰਤਾਂ ਵਿੱਚ ਮੰਦਰ, ਮਸਜਿਦ ਅਤੇ ਕਿਲੇ ਸ਼ਾਮਿਲ ਹਨ। ਖਜੂਰਾਹੋ, ਭੁਵਨੇਸ਼ਵਰ, ਕੋਨਾਰਕ ਆਦਿ ਦੇ ਮੰਦਰ ਪ੍ਰਸਿੱਧ ਸੀ। ਠੀਕ ਆ, ਪ੍ਰਸਿੱਧ ਸੀਗੇ, ਜਿਨ੍ਹਾਂ ਨੂੰ ਸਮਾਰਕ ਦੇ ਤੌਰ ਤੇ ਜਿਨ੍ਹਾਂ ਤੋਂ ਸਾਨੂੰ ਮਹੱਤਵਪੂਰਨ ਜਾਣਕਾਰੀ ਮਿਲਦੀ ਸੀ। ਜਿਹੜੇ ਮਸਜਿਦ ਵਿੱਚ ਕਿਹੜੇ ਹੁੰਦੇ ਸੀ? ਜਾਮਾ ਮਸਜਿਦ, ਮੋਤੀ ਮਸਜਿਦ ਅਤੇ ਕਿਲਿਆਂ ਵਿੱਚ ਜੈਸਲਮੇਰ ਤੇ ਜੈਪੁਰ ਆਦਿ। ਠੀਕ ਆ, ਮੰਦਿਰ ਦੱਸੇ ਹੋਏ ਆ, ਕਿਹੜੇ ਮੰਦਿਰ ਆ। ਫਿਰ ਜਿਹੜੇ ਹੈਗੇ ਆ ਮਸਜਿਦਾਂ ਦੇ ਵਿੱਚ ਕਿਹੜੀਆਂ ਮਸਜਿਦਾਂ ਸੀਗੀਆਂ ਤੇ ਕਿਲਿਆਂ ਦੇ ਵਿੱਚ ਕਿਹੜੇ ਸੀਗੇ। ਠੀਕ ਹੈ, ਜਿਹੜੇ ਸਮਾਰਕ ਤੇ ਮਹੱਤਵਪੂਰਨ ਇਮਾਰਤਾਂ ਸੀ ਜਿਨ੍ਹਾਂ ਤੋਂ ਸਾਨੂੰ ਜਿਹੜੀ ਪੁਰਾਤਤਵ ਜਿਹੜੀ ਸਰੋਤ ਸੀਗੇ ਸਾਡੇ, ਜਿਨ੍ਹਾਂ ਤੋਂ ਸਾਨੂੰ ਮੱਧਕਾਲੀਨ ਇਤਿਹਾਸ ਦੀ ਜਾਣਕਾਰੀ ਮਿਲਦੀ ਸੀ। ਨੰਬਰ 2 ਤੇ ਸ਼ਿਲਾਲੇਖ, ਜਿਨ੍ਹਾਂ ਤੋਂ ਸਾਨੂੰ ਉਸ ਯੁੱਗ ਦੀਆਂ ਮਹੱਤਵਪੂਰਨ ਘਟਨਾਵਾਂ, ਸ਼ਾਸਕਾਂ ਤੇ ਉਹਨਾਂ ਦੇ ਸ਼ਾਸਨ ਕਾਲ ਤੇ ਕਲਾ ਦਾ ਪਤਾ ਲੱਗਦਾ ਸੀ। ਠੀਕ ਆ, ਸ਼ਿਲਾਲੇਖ ਕੀ ਸੀ? ਉਸ ਯੁੱਗ ਦੀਆਂ ਜਿਹੜੀਆਂ ਘਟਨਾਵਾਂ ਸੀਗੀਆਂ, ਉਸ ਸਮੇਂ ਦੇ ਜਿਹੜੇ ਸ਼ਾਸਕ ਹੋਏ ਹਨ ਉਹਨਾਂ ਦੇ ਸ਼ਾਸਨ ਕਾਲ ਦਾ ਪਤਾ ਲੱਗਦਾ ਕਿ ਕਿੰਨਾ ਚਿਰ ਉਹਨਾਂ ਨੇ ਸ਼ਾਸਨ ਕੀਤਾ ਸੀ, ਤੇ ਉਦੋਂ ਦੀ ਕਲਾਕ੍ਰਿਤੀ ਬਾਰੇ ਸਾਨੂੰ ਸ਼ਿਲਾਲੇਖਾਂ ਤੋਂ ਜਾਣਕਾਰੀ ਮਿਲਦੀ ਹੈ। ਸਿੱਕੇ ਮੱਧਕਾਲੀਨ ਦੇ ਬਹੁਤ ਸਾਰੇ ਸਿੱਕੇ ਸਾਨੂੰ ਪ੍ਰਾਪਤ ਹੋਏ ਮੱਧਕਾਲੀਨ ਵਿੱਚ। ਠੀਕ ਹੈ, ਇਹ ਇਸ ਯੁੱਗ ਦੀਆਂ ਮਹੱਤਵਪੂਰਨ ਇਤਿਹਾਸਿਕ ਘਟਨਾਵਾਂ ਤੇ ਚਾਨਣਾ ਪਾਉਂਦੇ ਹਨ। ਜਿਹੜੇ ਸਿੱਕੇ ਸੀ ਉਹ ਮੱਧਕਾਲੀਨ ਵਿੱਚ ਬਹੁਤ ਸਾਰੇ ਮਿਲੇ ਸੀ। ਜਿਹੜੇ ਉਸ ਯੁੱਗ ਦੀਆਂ ਜਿਹੜੀਆਂ ਮਹੱਤਵਪੂਰਨ ਇਤਿਹਾਸਿਕ ਘਟਨਾਵਾਂ ਹੋਈਆਂ ਸੀ ਉਹ ਸਾਨੂੰ ਸਿੱਕਿਆਂ ਤੋਂ ਸਾਨੂੰ ਜਾਣਕਾਰੀ ਮਿਲਦੀ ਸੀ। ਸਿੱਕੇ ਕੀ ਹੁੰਦੇ ਸੀ? ਉਸ ਸਮੇਂ ਦੇ ਜਿਹੜੇ ਸਿੱਕੇ ਹੁੰਦੇ ਸੀ ਉਹਨਾਂ ਉੱਤੇ ਮੂਰਤੀਆਂ ਬਣਾਈਆਂ ਹੁੰਦੀਆਂ ਸੀਗੀਆਂ, ਪਿਕਚਰਾਂ ਹੁੰਦੀਆਂ ਸੀ, ਜਾਂ ਰਾਜਿਆਂ ਦੀਆਂ ਪਿਕਚਰਾਂ ਬਣੀਆਂ ਹੁੰਦੀਆਂ ਸੀਗੀਆਂ, ਜਿਸ ਤੋਂ ਸਾਨੂੰ ਉਹਨਾਂ ਬਾਰੇ ਜਾਣਕਾਰੀ ਮਿਲਦੀ ਸੀ। ਸੋ ਨੈਕਸਟ ਹੈਗਾ ਚਿੱਤਰਕਾਰੀ ਤੋਂ ਸਾਨੂੰ ਕੀ ਪਤਾ ਲੱਗਦਾ? ਚਿੱਤਰਕਾਰੀ ਤੋਂ ਸਾਨੂੰ ਉਸ ਯੁੱਗ ਦੀ ਕਲਾ ਬਾਰੇ ਪਤਾ ਚੱਲਦਾ ਹੈ, ਕਲਾ ਬਾਰੇ ਪਤਾ ਲੱਗਦਾ ਸੀ। ਨੈਕਸਟ ਪੁਆਇੰਟ ਹੈਗਾ ਨੰਬਰ 2 ਪੁਆਇੰਟ ਸਾਹਿਤਿਕ ਸਰੋਤ। ਹੁਣ ਸਾਹਿਤਿਕ ਸਰੋਤ ਕਿਹੜੇ ਆ? ਠੀਕ ਆ, ਸਵੈ ਜੀਵਨੀਆਂ, ਰਾਜਿਆਂ ਤੇ ਰਾਜਵੰਸ਼ਾਂ ਦੇ ਬਿਰਤਾਂਤ ਅਤੇ ਹੋਰ ਦਸਤਾਵੇਜ਼ ਆਦਿ ਸਾਹਿਤਿਕ ਸਰੋਤਾਂ ਵਿੱਚ ਸ਼ਾਮਿਲ ਹਨ। ਠੀਕ ਆ, ਸਾਹਿਤਿਕ ਸਰੋਤ ਕਿਹੜੇ ਆ? ਜਿਨ੍ਹਾਂ ਵਿੱਚ ਸਵੈ ਜੀਵਨੀਆਂ, ਰਾਜਿਆਂ ਤੇ ਰਾਜਵੰਸ਼ਾਂ ਦੇ ਬਿਰਤਾਂਤ ਅਤੇ ਦਸਤਾਵੇਜ਼ ਆਦਿ ਸਾਹਿਤਿਕ ਸਰੋਤਾਂ ਵਿੱਚ ਸ਼ਾਮਿਲ ਹਨ, ਜਿਹੜੇ ਸਾਨੂੰ ਕਿ ਲਿਖਤੀ ਰੂਪ ਵਿੱਚ ਮਿਲਦੇ ਆ, ਉਹਨਾਂ ਨੂੰ ਸਾਹਿਤਿਕ ਸਰੋਤ ਕਹਿੰਦੇ ਆ। ਠੀਕ ਆ, ਨੰਬਰ 4
ਵਿਦੇਸ਼ੀ ਯਾਤਰੀਆਂ ਦੇ ਲੇਖ ਮੱਧ ਯੁੱਗ ਵਿੱਚ ਕਈ ਮੁਸਲਮਾਨ ਅਤੇ ਯੂਰਪੀ ਯਾਤਰੀਆਂ ਨੇ ਭਾਰਤ ਦੀ ਯਾਤਰਾ ਕੀਤੀ। ਉਹਨਾਂ ਨੇ ਭਾਰਤ ਬਾਰੇ ਆਪਣੇ ਆਪਣੇ ਵਿਵਰਣ ਲਿਖੇ। ਠੀਕ ਆ, ਜਿਹੜੇ ਯਾਤਰੀ ਆਏ ਸੀ ਯੂਰਪੀ ਤੇ ਮੁਸਲਿਮ ਜਿਹੜੇ ਯਾਤਰੀ ਭਾਰਤ ਆਏ ਸੀ, ਉਹਨਾਂ ਨੇ ਆਪਣੇ ਆਪਣੇ ਯਾਤਰਾ ਬਾਰੇ ਵਿਵਰਣ ਲਿਖੇ, ਵਿਚਾਰ ਲਿਖੇ, ਜੋ ਵੀ ਉਹਨਾਂ ਨੂੰ ਉੱਥੋਂ ਜਾਣਕਾਰੀ ਮਿਲੀ ਉਹਦੇ ਬਾਰੇ ਉਹਨਾਂ ਨੇ ਲਿਖਿਆ ਸੀ। ਠੀਕ ਆ, ਤੇ ਇਹਦੇ ਵਿੱਚ ਕੀ ਸੀਗਾ, ਇਬਨ ਬਤੂਤਾ ਨੇ ਕੀ ਸੀਗਾ, ਰਹਿਲਾ ਲੇਖ ਲਿਖਿਆ। ਇਬਨ ਬਤੂਤਾ ਨੇ ਰਹਿਲਾ ਲੇਖ ਲਿਖਿਆ। ਇਸ ਤੋਂ ਮੁਹੰਮਦ ਬਿਨ ਤੁਗਲਕ ਦੇ ਸ਼ਾਸਨ ਬਾਰੇ ਜਾਣਕਾਰੀ ਮਿਲਦੀ। ਠੀਕ ਆ, ਜਿਹੜਾ ਇਬਨ ਬਤੂਤਾ ਸੀ ਉਹਨੇ ਰਹਿਲਾ ਲੇਖ ਲਿਖਿਆ ਸੀ, ਉਸ ਤੋਂ ਸਾਨੂੰ ਕੀ ਜਾਣਕਾਰੀ ਮਿਲਦੀ ਸੀ ਕਿ ਜਿਹੜਾ ਮੁਹੰਮਦ ਤੁਗਲਕ ਦੇ ਸ਼ਾਸਨ ਕਾਲ ਬਾਰੇ ਜਾਣਕਾਰੀ ਮਿਲਦੀ ਸੀ, ਜਿਹੜਾ ਕਿ ਮੁਸਲਿਮ ਸ਼ਾਸਕ ਹੋਇਆ ਹੈ। ਨੈਕਸਟ ਸੀਗਾ ਜਿਹੜਾ ਅਬਦੁਲ ਰਜ਼ਾਕ ਨੇ ਵਿਜੇਨਗਰ ਰਾਜ ਦੀ ਯਾਤਰਾ ਕੀਤੀ ਤੇ ਉਸ ਸਮੇਂ ਦੇ ਵਿਜੇਨਗਰ ਰਾਜ ਦੀ ਸਥਿਤੀ ਬਾਰੇ ਲਿਖਿਆ। ਠੀਕ ਆ, ਜਿਹੜਾ ਅਬਦੁਲ ਰਜ਼ਾਕ ਸੀ ਉਹਨੇ ਵਿਜੇਨਗਰ ਦੀ ਯਾਤਰਾ ਕੀਤੀ। ਠੀਕ ਆ, ਤੇ ਉਹਨੇ ਵਿਜੇਨਗਰ ਦੀ ਸਥਿਤੀ ਬਾਰੇ ਲਿਖਿਆ ਸੀ। ਨੰਬਰ 5, ਭਾਰਤ ਵਿੱਚ ਮੱਧਕਾਲੀਨ ਯੁੱਗ ਦਾ ਅੰਤ। ਹੁਣ ਮੱਧਕਾਲੀਨ ਯੁੱਗ ਦਾ ਅੰਤ ਕਦੋਂ ਹੋਇਆ ਸੀ? ਭਾਰਤ ਵਿੱਚ ਮੱਧਕਾਲੀਨ ਯੁੱਗ ਦਾ ਅੰਤ ਮੁਗਲ ਸਾਮਰਾਜ ਦੇ ਪਤਨ ਅਤੇ ਅੰਗਰੇਜ਼ਾਂ ਦੁਆਰਾ ਸ਼ਕਤੀ ਹਾਸਲ ਕਰਨ ਦੇ ਨਾਲ ਮੰਨਿਆ ਜਾਂਦਾ ਹੈ। ਠੀਕ ਆ, ਅਜਿਹਾ 18ਵੀਂ ਸਦੀ ਦੇ ਮੱਧ ਵਿੱਚ ਹੋਇਆ ਸੀ। ਠੀਕ ਆ, ਕਿਹਾ ਜਾਂਦਾ ਹੈ ਕਿ ਜਦੋਂ ਮੱਧਕਾਲੀਨ ਯੁੱਗ ਦਾ ਅੰਤ ਜਿਹੜਾ ਹੈਗਾ ਆ ਇਹ ਕਦੋਂ ਹੋਇਆ ਸੀ? ਮੁਗਲ ਸਾਮਰਾਜ ਦੇ ਪਤਨ ਦੇ ਨਾਲ ਤੇ ਅੰਗਰੇਜ਼ਾਂ ਦੁਆਰਾ ਜਿਹੜੀ ਸ਼ਕਤੀ ਹਾਸਲ ਕਰਨ ਦੇ ਨਾਲ ਜਾਂ ਜਿੱਤ ਪ੍ਰਾਪਤ ਕਰਨ ਦੇ ਨਾਲ ਜਿਹੜਾ ਭਾਰਤੀ ਮੱਧਕਾਲੀਨ ਯੁੱਗ ਸੀ ਉਹਦਾ ਅੰਤ ਹੋਇਆ ਸੀ। ਤੇ ਇਹ ਕਦੋਂ ਦਾ ਸਮਾਂ ਸੀ? 18ਵੀਂ ਸਦੀ ਦੇ ਮੱਧ ਦਾ ਸਮਾਂ ਸੀਗਾ। ਸੋ ਆਧੁਨਿਕ ਭਾਰਤ, ਮਾਡਰਨ ਇੰਡੀਆ, ਆਧੁਨਿਕ ਭਾਰਤ ਕਿਹੜਾ ਸੀ? ਨੰਬਰ 1, ਭਾਰਤੀ ਆਧੁਨਿਕ ਯੁੱਗ। ਭਾਰਤ ਵਿੱਚ ਆਧੁਨਿਕ ਯੁੱਗ ਦਾ ਆਰੰਭ 18ਵੀਂ ਸਦੀ ਵਿੱਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਹੋਇਆ। ਭਾਰਤੀ ਆਧੁਨਿਕ ਯੁੱਗ ਇਹਦਾ ਆਰੰਭ ਕਦੋਂ ਹੋਇਆ ਸੀ? 18ਵੀਂ ਸਦੀ, ਔਰੰਗਜ਼ੇਬ ਦੀ ਮੌਤ ਤੋਂ ਬਾਅਦ। ਨੈਕਸਟ ਪੁਆਇੰਟ, ਭਾਰਤ ਵਿੱਚ ਸੁਤੰਤਰ ਰਾਜਾਂ ਦਾ ਉਦੈ। ਭਾਰਤ ਵਿੱਚ ਸੁਤੰਤਰ ਰਾਜਾਂ ਉਦੈ। ਨੰਬਰ 1 ਪੁਆਇੰਟ, ਸਭ ਤੋਂ ਪਹਿਲਾਂ 1724 ਈਸਵੀ ਨੂੰ ਨਿਜ਼ਾਮ ਉਲ ਮੁਲਕ ਨੇ ਹੈਦਰਾਬਾਦ ਰਾਜ ਦੀ ਨੀਂਹ ਰੱਖੀ। ਠੀਕ ਆ, ਭਾਰਤ ਵਿੱਚ ਸੁਤੰਤਰ ਰਾਜਾਂ ਦਾ ਉਦੈ ਜਾਂ ਉਹਨਾਂ ਦੀ ਸਥਾਪਨਾ ਕਦੋਂ ਹੋਈ ਸੀ? ਜਿਹੜਾ ਸਭ ਤੋਂ ਪਹਿਲਾਂ ਜਿਹੜਾ 1724 ਵਿੱਚ ਨਿਜ਼ਾਮ ਉਲ ਮੁਲਕ ਨੇ ਹੈਦਰਾਬਾਦ ਰਾਜ ਦੀ ਨੀਂਹ ਰੱਖੀ ਸੀ। ਇਸ ਤੋਂ ਬਾਅਦ ਮੁਰਸ਼ਿਦ ਕੁਲੀ ਖਾਂ ਸੀਗਾ, ਉਹਨੇ ਅਲੀ ਵਰਦੀ ਖਾਂ ਨੇ ਬੰਗਾਲ ਨੂੰ ਸੁਤੰਤਰ ਰਾਜ ਬਣਾ ਦਿੱਤਾ। ਜਿਹੜੇ ਇਹ ਹੈਦਰਾਬਾਦ ਦੀ ਨੀਂਹ ਰੱਖਣ ਤੋਂ ਬਾਅਦ ਜਿਹੜੇ ਮੁਰਸ਼ਿਦ ਕੁਲੀ ਖਾਂ ਤੇ ਅਲੀ ਵਰਦੀ ਖਾਂ ਸੀ, ਉਹਨਾਂ ਨੇ ਬੰਗਾਲ ਨੂੰ ਸੁਤੰਤਰ ਦਾ ਰਾਜ ਬਣਾ ਦਿੱਤਾ। ਠੀਕ ਹੈ, 1739 ਈਸਵੀ ਵਿੱਚ ਸਆਦਤ ਖਾਨ ਨੇ ਅਵਧ ਵਿੱਚ ਸੁਤੰਤਰ ਰਾਜ ਦੀ ਨੀਂਹ ਰੱਖੀ। ਦੱਖਣ ਵਿੱਚ ਹੈਦਰ ਅਲੀ ਦੀ ਅਗਵਾਈ ਵਿੱਚ ਮੈਸੂਰ ਰਾਜ ਦੀ ਨੀਂਹ ਰੱਖੀ ਗਈ। ਮਰਾਠਿਆਂ ਨੇ ਵੀ ਸਥਿਤੀ ਦਾ ਲਾਭ ਉਠਾਉਂਦੇ ਹੋਏ ਉਹਨਾਂ ਨੇ ਪੇਸ਼ਵਾਵਾਂ ਦੀ ਅਗਵਾਈ ਵਿੱਚ ਮੁਗਲ ਪ੍ਰਦੇਸ਼ਾਂ 'ਤੇ ਹਮਲੇ ਕਰਨੇ ਆਰੰਭ ਕਰ ਦਿੱਤੇ। ਮਰਾਠਿਆਂ ਨੇ ਕੀ ਕੀਤਾ ਸੀਗਾ? ਉਹਨਾਂ ਨੇ ਵੀ ਪੇਸ਼ਵਾਵਾਂ ਦੀ ਅਗਵਾਈ ਵਿੱਚ ਮੁਗਲ ਪ੍ਰਦੇਸ਼ਾਂ 'ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਨੰਬਰ 6, ਪੁਰਤਗਾਲੀਆਂ, ਡੱਚਾਂ, ਫਰਾਂਸੀਸੀਆਂ ਅਤੇ ਅੰਗਰੇਜ਼ਾਂ ਆਦਿ ਯੂਰਪੀ ਸ਼ਕਤੀਆਂ ਨੇ ਵੀ ਮੁਗਲ ਰਾਜ ਦੀ ਕਮਜ਼ੋਰੀ ਦਾ ਲਾਭ ਉਠਾਉਂਦੇ ਹੋਏ ਭਾਰਤ ਵਿੱਚ ਆਪਣੀ ਸੱਤਾ ਸਥਾਪਿਤ ਕਰਨ ਦੇ ਯਤਨ ਕਰਨੇ ਸ਼ੁਰੂ ਕਰ ਦਿੱਤੇ। ਸੋ ਨੈਕਸਟ ਹੈਗਾ ਆਧੁਨਿਕ ਭਾਰਤੀ ਸਰੋਤ ਦੇ ਜਿਹੜੇ ਇਤਿਹਾਸ ਦੇ ਮਹੱਤਵਪੂਰਨ ਸਰੋਤ। ਆਧੁਨਿਕ ਭਾਰਤ ਦੇ ਇਤਿਹਾਸ ਦੇ ਜਿਹੜੇ ਮਹੱਤਵਪੂਰਨ ਸਰੋਤ ਆ ਉਹ ਕਿਹੜੇ ਆ? ਪੁਸਤਕਾਂ,
ਆਧੁਨਿਕ ਕਾਲ ਵਿੱਚ ਛਾਪੇਖਾਨੇ ਦੀ ਖੋਜ ਦੇ ਕਾਰਨ ਅੰਗਰੇਜ਼ੀ ਤੇ ਭਾਰਤੀ ਭਾਸ਼ਾਵਾਂ ਵਿੱਚ ਅਨੇਕਾਂ ਪੁਸਤਕਾਂ ਛਪੀਆਂ। ਆਧੁਨਿਕ ਕਾਲ ਵਿੱਚ ਛਾਪੇਖਾਨੇ ਦੀ ਜਿਹੜੀ ਖੋਜ ਹੋਈ ਸੀ ਉਹਦੇ ਕਾਰਨ ਅੰਗਰੇਜ਼ੀ ਤੇ ਭਾਰਤੀ ਭਾਸ਼ਾਵਾਂ ਵਿੱਚ ਅਨੇਕ ਪੁਸਤਕਾਂ ਛਾਪੀਆਂ ਗਈਆਂ। ਇਹਨਾਂ ਪੁਸਤਕਾਂ ਤੋਂ ਸਾਨੂੰ ਜਿਹੜੀ ਮਨੁੱਖ ਦੁਆਰਾ ਸਾਹਿਤ, ਕਲਾ, ਇਤਿਹਾਸ, ਵਿਗਿਆਨ ਅਤੇ ਸੰਗੀਤ ਆਦਿ ਖੇਤਰਾਂ ਵਿੱਚ ਕੀਤੀ ਉੱਨਤੀ ਤੇ ਸਮਾਜਿਕ ਵਿਕਾਸ ਬਾਰੇ ਜਾਣਕਾਰੀ ਮਿਲਦੀ ਹੈ। ਠੀਕ ਹੈ, ਆਧੁਨਿਕ ਭਾਰਤ ਦੇ ਇਤਿਹਾਸ ਦੇ ਜਿਹੜੇ ਇਤਿਹਾਸਿਕ ਸਰੋਤ ਸੀ ਉਹ ਕਿਹੜੇ ਸੀਗੇ? ਪੁਸਤਕਾਂ ਸੀਗੀਆਂ। ਠੀਕ ਹੈ, ਜਿਹੜੇ ਪੁਸਤਕਾਂ ਆਧੁਨਿਕ ਕਾਲ ਵਿੱਚ ਛਾਪੇਖਾਨੇ ਦੀ ਖੋਜ ਹੋਣ ਦੇ ਨਾਲ ਅੰਗਰੇਜ਼ੀ ਤੇ ਭਾਰਤੀ ਭਾਸ਼ਾਵਾਂ ਵਿੱਚ ਬਹੁਤ ਸਾਰੀਆਂ ਪੁਸਤਕਾਂ ਛਾਪੀਆਂ ਗਈਆਂ। ਇਹਨਾਂ ਪੁਸਤਕਾਂ ਤੋਂ ਸਾਨੂੰ ਮਨੁੱਖ ਦੁਆਰਾ ਜਿਹੜੀ ਸਾਹਿਤ, ਕਲਾ, ਸੰਸਕ੍ਰਿਤੀ, ਇਤਿਹਾਸ, ਵਿਗਿਆਨ ਆਦਿ ਜੋ ਵੀ ਸੀਗਾ ਸਾਨੂੰ ਉਹਨਾਂ ਖੇਤਰਾਂ ਬਾਰੇ ਜਿਹੜੀ ਉੱਨਤੀ ਹੋਈ ਉਹਨਾਂ ਦੀ ਤੇ ਸਮਾਜਿਕ ਵਿਕਾਸ ਦਾ ਸਾਨੂੰ ਜਿਹੜਾ ਆ ਅਧਿਐਨ ਹੁੰਦਾ ਹੈ, ਸਾਨੂੰ ਜਾਣਕਾਰੀ ਉਹਦੇ ਬਾਰੇ ਪੁਸਤਕਾਂ ਤੋਂ ਮਿਲਦੀ ਹੈ। ਸੋ ਨੈਕਸਟ ਹੈ ਅਖਬਾਰਾਂ, ਨਾਵਲ, ਪੱਤਰਕਾਵਾਂ। ਠੀਕ ਹੈ, ਬਹੁਤ ਸਾਰੀਆਂ ਅਖਬਾਰਾਂ, ਨਾਵਲ, ਪੱਤਰਕਾਵਾਂ ਛਾਪੀਆਂ ਗਈਆਂ। ਇਹਨਾਂ ਵਿੱਚੋਂ ਦ ਟ੍ਰਿਬਿਊਨ ਅਤੇ ਦ ਟਾਈਮਜ਼ ਆਫ ਇੰਡੀਆ ਮੁੱਖ ਹਨ। ਦ ਟ੍ਰਿਬਿਊਨ ਅਤੇ ਦ ਟਾਈਮਜ਼ ਆਫ ਇੰਡੀਆ ਮੁੱਖ ਹਨ। ਸਰਕਾਰੀ ਦਸਤਾਵੇਜ਼ ਕਿਹੜੇ ਸੀਗੇ? ਸਰਕਾਰੀ ਦਸਤਾਵੇਜ਼ ਆਧੁਨਿਕ ਭਾਰਤ ਦੇ ਇਤਿਹਾਸ ਦੇ ਮਹੱਤਵਪੂਰਨ ਸਰੋਤ ਹਨ। ਇਹਨਾਂ ਦੇ ਅਧਿਐਨ ਨਾਲ ਸਾਨੂੰ ਭਾਰਤ ਵਿੱਚ ਵਿਦੇਸ਼ੀ ਸ਼ਕਤੀਆਂ ਦੀਆਂ ਗਤੀਵਿਧੀਆਂ, ਅੰਗਰੇਜ਼ਾਂ ਦੁਆਰਾ ਭਾਰਤ ਵਿੱਚ ਜਿੱਤ, ਭਾਰਤ ਵਿੱਚ ਅੰਗਰੇਜ਼ੀ ਪ੍ਰਸ਼ਾਸਨ ਦੀ ਜਾਣਕਾਰੀ ਮਿਲਦੀ ਹੈ। ਸੋ ਆਧੁਨਿਕ ਜਿਹੜੇ ਸੀਗੇ ਉਹਦੇ ਇਤਿਹਾਸਿਕ ਸਰੋਤ ਕਿਹੜੇ ਸੀਗੇ? ਆਧੁਨਿਕ ਇਤਿਹਾਸ ਦੇ ਸਰੋਤ ਕਿਹੜੇ ਸੀ? ਪੁਸਤਕਾਂ, ਨੰਬਰ 1 ਪੁਸਤਕਾਂ ਸੀ, ਨੰਬਰ 2 ਅਖਬਾਰਾਂ ਤੇ ਨੰਬਰ 3 ਜਿਹੜੇ ਸਰਕਾਰੀ ਦਸਤਾਵੇਜ਼ ਸੀਗੇ ਉਹ ਆਧੁਨਿਕ ਇਤਿਹਾਸਿਕ ਜਿਹੜੀ ਸੀਗੀ ਅਧਿਐਨ ਬਾਰੇ ਸਾਨੂੰ ਘਟਨਾਵਾਂ ਬਾਰੇ ਸਾਨੂੰ ਜਾਣਕਾਰੀ ਮਿਲਦੀ ਸੀਗੀ। ਸੋ ਆਈ ਹੋਪ ਤੁਹਾਡੇ ਲਈ ਇਹ ਜਿਹੜਾ ਟੌਪਿਕ ਹੈ ਬਹੁਤ ਹੀ ਇਨਫੋਰਮੇਟਿਵ ਹੋਵੇਗਾ। ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਕਰਨਾ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ। ਤੇ ਅਗਰ ਕਿਸੇ ਵੀ ਸਟੂਡੈਂਟ ਦੀ ਕੋਈ ਵੀ ਇਨਕੁਆਇਰੀ ਹੈ ਜਾਂ ਕੋਈ ਵੀ ਡਾਊਟਸ ਹੈ ਤਾਂ ਉਹ ਸਾਡੇ ਡਿਸਕ੍ਰਿਪਸ਼ਨ ਵਿੱਚ ਦਿੱਤੇ ਹੋਏ WhatsApp ਨੰਬਰ 'ਤੇ ਮੈਸੇਜ ਕਰਕੇ WhatsApp ਗਰੁੱਪ ਨੂੰ ਜੁਆਇਨ ਕਰ ਸਕਦਾ ਹੈ, ਜਿੱਥੋਂ ਤੁਹਾਨੂੰ ਇਹਨਾਂ ਨਾਲ ਰਿਲੇਟਡ ਤੁਸੀਂ PDF ਵੀ ਲੈ ਸਕਦੇ ਹੋ। ਸੋ ਥੈਂਕਸ ਫॉर ਵਾਚਿੰਗ।